ਜਾਗਦਾ ਉਹ ਹੈ ਜਿਹੜਾ ਪਹਿਲਾਂ ਆਪਣੇ ਆਪ ਨੂੰ ਸੁੱਤਾ ਹੋਇਆ ਸਵੀਕਾਰ ਕਰਦਾ ਹੈ ਤੇ ਜਿਹੜਾ ਸੁੱਤਾ ਹੋਇਆ ਸਵੀਕਾਰ ਕਰਦਾ ਹੈ ਨਾ ਵੀ ਮੈਂ ਸੁੱਤਾ ਹੋਇਆ, ਤੇ ਸਮਝ ਲੈਣਾ ਚਾਹੀਦਾ ਹੈ ਵੀ ਉਹ ਜਾਗਰਣ ਵੱਲ ਨੂੰ ਚੱਲ ਪਿਆ। ਕਿਉਂਕਿ ਪਤਾ ਲੱਗਣ ਲੱਗ ਪਿਆ ਨਾ ਸੁੱਤੇ ਹੋਣ ਦਾ। ਤੇ ਮਨ ਸੁੱਤਾ ਹੋਇਆ ਹੈ ਸੰਕਲਪ ਵਿਕਲਪ ਦੇ ਵਿੱਚ, ਸੰਸਾਰਿਕ ਕਲਪਨਾ ਦੇ ਵਿੱਚ ਕਹਿ ਲਓ, ਆਸਾ ਮਨਸਾ ਦੇ ਵਿੱਚ ਕਹਿ ਲਓ। ਲਿਖਿਆ ਵੀ ਹੈ ਨਾ ਵੀ ਮਨ ਬਹੁਤ ਢੰਗ ਨਾਲ ਸੁੱਤਾ ਹੋਇਆ ਹੈ। ਇਹ ਮਨ ਸੋਇਆ ਬਹੁ ਪ੍ਰਕਾਰ। ਕੋਈ ਨਿੰਦਾ ਕਰੀ ਜਾਂਦਾ ਹੈ, ਉਹਦੀ ਵਿਚਾਰ ਦੇ ਵਿੱਚ ਸੁੱਤਾ ਹੋਇਆ ਹੈ। ਕੋਈ ਧਨ ਦੀ ਵਿਚਾਰ ਦੇ ਵਿੱਚ ਸੁੱਤਾ ਹੋਇਆ ਹੈ। ਕੋਈ ਮੋਹ ਪਿਆਰ ਦੇ ਵਿੱਚ ਸੁੱਤਾ ਹੋਇਆ ਹੈ। ਤੇ ਸੰਸਾਰ ਦੀ ਵਿਚਾਰਧਾਰਾ ਚੱਲ ਰਹੀ ਹੈ ਤੇ ਆਪਣੇ ਵੱਲ ਸੁੱਤਾ ਹੋਇਆ ਹੈ, ਸੰਸਾਰ ਵੱਲ ਜਾਗਦਾ ਹੈ। ਇੱਦਾਂ ਕਹਿ ਲਓ, ਝੂਠ ਵਿੱਚ ਜਾਗ ਰਹੇ ਹਨ ਲੋਕ, ਸੱਤ ਵੱਲੋਂ ਸੁੱਤੇ ਹੋਏ ਹਨ। ਇਸ ਕਰਕੇ ਝੂਠ ਦੀ ਵਿਚਾਰਧਾਰਾ ਚੱਲ ਰਹੀ, ਜਿਵੇਂ ਕੋਈ ਨੀਂਦ ਦੇ ਵਿੱਚ ਪਿਆ ਹੁੰਦਾ, ਇੱਦਾਂ ਝੂਠ ਦੇ ਵਿੱਚ ਆ ਸੱਤ ਦੇ ਵਿੱਚ ਵਿਚਾਰਧਾਰਾ ਦੇ ਵਿੱਚ ਪਏ ਹੋਏ। ਤੇ ਆ ਸੱਤ ਦੇ ਵਿੱਚ ਤੇ ਜਾਗ ਰਹੇ ਹਨ, ਸੰਸਾਰ ਵਿੱਚ ਤੇ ਪੂਰੇ ਜਾਗ ਰਹੇ ਹਨ ਲੋਕ। ਸੰਸਾਰਿਕ ਕੰਮਾਂ ਦਾ ਪਤਾ ਹੈ, ਸੰਸਾਰਿਕ ਵਿਵਹਾਰਾਂ ਦਾ ਪਤਾ ਹੈ, ਸੰਸਾਰਿਕ ਧੰਦਿਆਂ ਦਾ ਪਤਾ ਹੈ। ਦੇਖੋ ਸਭ ਕੁਛ ਸੰਸਾਰ ਬਾਰੇ ਪਤਾ ਹੈ, ਪਰ ਆਪਣੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਹੈ। ਉੱਧਰ ਸੁੱਤੇ ਹਨ, ਜਿਹੜੇ ਪੱਖ ਤੋਂ ਸੁੱਤਾ ਹੈ ਆਦਮੀ, ਉਸ ਪੱਖ ਦਾ ਨਹੀਂ ਨਾ ਪਤਾ ਹੁੰਦਾ। ਜਿਵੇਂ ਤੁਸੀਂ ਰਾਤ ਨੂੰ ਸੌਂਦੇ ਹੋ ਅਤੇ ਦਿਨ ਦਾ ਨਹੀਂ ਪਤਾ ਹੈ ਤੁਹਾਨੂੰ, ਦਿਨ ਮਿਟ ਗਿਆ ਅਤੇ ਰਾਤ ਦੇ ਸੁਪਨੇ 'ਚ ਤੁਸੀਂ ਜਾਗਦੇ ਹੋ, ਫਿਰ ਦਿਨ ਦੇ ਸੁਪਨੇ 'ਚ ਸੌਂਗੇ। ਦਿਨ ਵੱਲੋਂ ਤਾਂ ਸੌਂ ਹੀ ਗਏ ਨਾ, ਅਤੇ ਰਾਤ ਦੇ ਸੁਪਨੇ 'ਚ ਜਾਗਦੇ। ਇੱਦਾਂ ਇਹ ਸੰਸਾਰ ਹੈ। ਸੰਸਾਰ ਦੀ ਵਿਚਾਰਧਾਰਾ 'ਚ, ਸੰਸਾਰ ਦੇ ਸੁਪਨੇ 'ਚ ਤੁਸੀਂ ਜਾਗ ਰਹੇ ਹੋ, ਆਪਣੇ ਵੱਲੋਂ ਸੁੱਤੇ ਹੋਏ, ਪਰਮ ਜਾਗਰਣ ਵੱਲੋਂ ਸੁੱਤੇ ਹੋਏ ਹੋ। ਅਤੇ ਅਗਰ ਤੁਹਾਨੂੰ ਪਤਾ ਲੱਗਣ ਲੱਗ ਪਿਆ ਵੀ ਅਸੀਂ ਸੁੱਤੇ ਹੋਏ ਹਾਂ ਸੰਸਾਰ ਦੇ ਵਿੱਚ, ਅਤੇ ਤੁਸੀਂ ਥੋੜ੍ਹਾ ਥੋੜ੍ਹਾ ਜਾਗਣ ਵੱਲ ਨੂੰ ਚੱਲ ਪਏ। ਫਿਰ ਖਿਆਲ ਕਰੋ ਵੀ ਇਹ ਕਬੂਲ ਕਰ ਲੈਣਾ ਵੀ ਮੈਂ ਸੁੱਤਾ ਹੋਇਆ ਹਾਂ ਜਾਂ ਸੁੱਤੀ ਹੋਈ ਹਾਂ, ਇਹ ਸਾਰਿਆਂ ਵਾਸਤੇ ਬੋਲਿਆ ਜਾਂਦਾ। ਮੈਂ ਕਈ ਵਾਰ ਪੁਰਸ਼ਵਾਚਕ ਸ਼ਬਦ ਜ਼ਿਆਦਾ ਬੋਲਦਾ ਹਾਂ, ਪਰ ਹੁੰਦੇ ਸਾਰਿਆਂ ਵਾਸਤੇ ਹੀ ਹਨ। ਵੀ ਮੈਂ ਬੇਹੋਸ਼ ਹਾਂ ਜਾਂ ਮੈਂ ਅਗਿਆਨੀ ਹਾਂ। ਅਗਿਆਨਤਾ ਦੇ ਕਰਕੇ ਹੀ ਬੇਹੋਸ਼ ਹਨ। ਅਵਿਦਿਆ ਕਹਿ ਦਿੰਦੇ ਹਨ, ਅਵਿਦਿਆ ਦਾ ਪੜ੍ਹਦਾ, ਅਗਿਆਨਤਾ ਭਾਵ ਕਿ ਜੋ ਅਸੱਤ ਹੈ ਉਹਨੂੰ ਸੱਤ ਸਮਝ ਕੇ ਉਹਦੀ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ। ਇਹੋ ਅਗਿਆਨਤਾ ਹੈ ਨਾ। ਅਤੇ ਜਿਹੜਾ ਅਗਿਆਨੀ ਸਮਝਣ ਲੱਗ ਪਿਆ ਆਪਣੇ ਆਪ, ਉਹ ਹੀ ਅਗਿਆਨ ਤੋਂ ਮੁਕਤ ਹੋਵੇਗਾ। ਅਤੇ ਸਾਰਿਆਂ ਨੂੰ ਕਠਿਨ ਹੈ
ਆਪਣੇ ਆਪ ਨੂੰ ਅਗਿਆਨੀ ਸਮਝਣਾ। ਪਰ ਇੱਥੋਂ ਹੀ ਅਧਿਆਤਮ ਦੀ ਯਾਤਰਾ ਸ਼ੁਰੂ ਹੁੰਦੀ ਹੈ। ਕੋਈ ਐਸਾ ਥੋੜ੍ਹੀ ਸਮਝਦਾ ਹੈ ਕਿ ਮੈਂ ਕੁਝ ਵੀ ਨਹੀਂ ਜਾਣਦਾ। ਇਹ ਸਮਝਣਾ ਬਹੁਤ ਕਠਿਨ ਹੈ ਕਿ ਮੈਂ ਕੁਛ ਵੀ ਨਹੀਂ ਜਾਣਦਾ ਜਾਂ ਮੈਂ ਸੁੱਤਾ ਹੋਇਆ ਮੂਰਛਿਤ ਹਾਂ। ਇੱਥੋਂ ਹੀ ਯਾਤਰਾ ਸ਼ੁਰੂ ਹੁੰਦੀ ਹੈ। ਖਿਆਲ ਵਿੱਚ ਲਓ, ਜਿਹਨੂੰ ਇਹ ਪਤਾ ਲੱਗ ਗਿਆ ਨਾ ਵੀ ਮੈਂ ਅਗਿਆਨੀ ਹਾਂ, ਤਾਂ ਸਮਝ ਲੈਣਾ ਚਾਹੀਦਾ ਹੈ ਵੀ ਉਹ ਗਿਆਨ ਵੱਲ ਨੂੰ ਚੱਲਣ ਲੱਗ ਪਿਆ, ਉਹਨੂੰ ਹੋਸ਼ ਆਉਣ ਲੱਗ ਪਿਆ। ਕਿਉਂਕਿ ਅਗਿਆਨੀ ਪਤਾ ਹੀ ਉਦੋਂ ਲੱਗੇਗਾ ਜਦੋਂ ਥੋੜ੍ਹੀ ਜਿਹੀ ਹੋਸ਼ ਆਵੇਗੀ ਵੀ ਮੈਂ ਅਗਿਆਨੀ ਰਿਹਾ। ਦੇਖੋ ਸੰਸਾਰ ਦੀ ਵਿਚਾਰਧਾਰਾ ਅਤੇ ਸੰਸਾਰ 'ਚ ਹੀ ਉਲਝਿਆ ਹੋਇਆ। ਆ ਪਰਿਵਾਰ ਬੱਚਿਆਂ ਬਾਰੇ ਸੋਚੀ ਜਾਂਦਾ, ਇਹ ਸੋਚ ਹੀ ਨਹੀਂ ਹਟਦੀ। ਇਹ ਅਗਿਆਨਤਾ ਹੀ। ਕੌਣ ਹੈ ਮੇਰਾ ਇੱਥੇ? ਕਿਹਨੂੰ ਮੈਂ ਮੇਰਾ ਤੇਰਾ ਕਹੀ ਜਾਣਾ? ਕਹਿੰਦੇ ਹਨ ਨਾ, ਜਬ ਕੋ ਧਾਰੈ ਬੈਰੀ ਮੀਤ ਤਬ ਲਗ ਨਿਹਚਲ ਨਾਹੀ ਜੀ। ਵੀ ਜਿੰਨਾ ਚਿਰ ਬੈਰੀ ਮਿੱਤਰ ਦੀ ਧਾਰਨਾ, ਭਾਵ ਕਿ ਆਪਣੇ ਪਰਾਏ ਦੀ, ਆ ਮੇਰਾ ਹੈ ਤੇਰਾ ਹੈ, ਤਾਂ ਉਹਨਾਂ ਚਿਰ ਨਿਹਚਲ ਚਿੱਤ ਕਿਵੇਂ ਹੋਵੇਗਾ? ਟਿਕੇਗਾ ਨਹੀਂ। ਅਤੇ ਜਦੋਂ ਆਪਣੀ ਪਰਕੀ ਮਿਟ ਗਈ, ਜਦ ਦੇਖੋ ਤਦ ਤੂੰ, ਵੀ ਮੈਂ ਮੂੜਤਾ ਦੇ ਵਿੱਚ ਪਿਆ ਹੋਇਆ। ਆ ਮੇਰਿਆਂ ਦੇ ਕਿੰਨਾ ਖਿਆਲ ਆਉਂਦਾ ਲੋਕਾਂ। ਹਟਾਇਆ ਵੀ ਹਟਦਾ ਨਹੀਂ, ਕੀ ਬਣੂ ਇਹਨਾਂ ਦਾ? ਫਿਰ ਉੱਧਰੋਂ ਹਟ ਗਿਆ ਅਤੇ ਫਿਰ ਮੇਰਾ ਕੀ ਬਣੂਗਾ? ਮੇਰਾ ਆਦਮੀ ਆਪਣੇ ਆਪ ਨੂੰ ਸਰੀਰ ਹੀ ਸਮਝਦਾ ਅਤੇ ਇੱਧਰ ਚਲੇ ਜਾਂਦਾ ਹੈ, ਅਤੇ ਮੇਰੇ ਤੇਰੇ ਦੇ ਵਿੱਚ ਫਸਿਆ ਹੋਇਆ। ਅਤੇ ਜਿਹਨੂੰ ਖਿਆਲ ਆਉਣ ਲੱਗ ਗਿਆ ਵੀ ਮੈਂ ਅਗਿਆਨਤਾ 'ਚ ਫਸਿਆ ਹੋਇਆ, ਮੈਂ ਮੂੜਤਾ 'ਚ ਫਸਿਆ ਹੋਇਆ, ਮੈਂ ਸੁੱਤਾ ਹੋਇਆ, ਕਿਆ ਤੂੰ ਸੋਇਆ ਨਾਮ ਵਿਸਾਰ ਗਾਫਲ ਕਹਿ ਲਿਆ। ਗਾਫਲ, ਸੁੱਤਾ ਹੋਇਆ ਮਨ। ਅਤੇ ਉਹ ਹੀ ਜਾਗਰਣ ਵੱਲ ਨੂੰ ਸਮਝ ਲਓ ਚੱਲ ਪਿਆ। ਇਹ ਫਿਰ ਖਿਆਲ ਵਿੱਚ ਰੱਖਿਓ, ਬਹੁਤ ਕਠਿਨ ਹੈ। ਤੁਸੀਂ ਕਿਸੇ ਨੂੰ ਇਹ ਗੱਲ ਸਮਝਾ ਨਹੀਂ ਸਕਦੇ ਹੋ। ਅਗਰ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਇਸ ਢੰਗ ਨਾਲ ਸੁੱਤਾ ਹੋਇਆ ਹੈ ਮਨ, ਇੱਦਾਂ ਜਾਗਦਾ ਹੈ, ਥੋੜ੍ਹੀ ਜਿਹੀ ਜਾਗਰਣਾ ਆ ਗਈ, ਅਤੇ ਤੁਸੀਂ ਕਿਸੇ ਨੂੰ ਸਮਝਾ ਨਹੀਂ ਸਕਦੇ ਹੋ। ਜਿਹੜੇ ਬੜੇ ਬੜੇ ਸਾਧੂ ਮਹਾਤਮਾ ਤੁਹਾਨੂੰ ਨਜ਼ਰ ਆਉਂਦੇ ਹਨ ਨਾ ਬਾਹਰ, ਪ੍ਰਚਾਰਕ, ਇਹਨਾਂ ਨੂੰ ਵੀ ਨਹੀਂ ਸਮਝਾ ਸਕਦੇ ਹੋ ਤੁਸੀਂ। ਉਹ ਕਹਿਣਗੇ ਕਿਵੇਂ ਹੋਊਗਾ, ਇਹ ਤਾਂ ਉੱਦਾਂ ਹੀ ਗੱਲਾਂ ਹੀ ਮਾਰਦੇ। ਫਿਰ ਨਿਰਵਿਚਾਰ ਕੋਈ ਹੋ ਸਕਦਾ? ਫਿਰ ਸੋਚੇ ਕੋਈ ਇਹ ਕਿਵੇਂ ਹੋਊ? ਇਹਨਾਂ ਨੇ ਕਲਪਨਾ ਕਰ ਲਈ ਹੋਊ, ਤਾਂ ਮੰਨਣਗੇ ਹੀ ਨਹੀਂ ਪਹਿਲੀ ਗੱਲ। ਅਤੇ ਫਿਰ ਉਹ ਆਪਣੇ ਆਪ ਨੂੰ ਸੁੱਤਾ ਹੋਇਆ ਨਹੀਂ ਸਮਝਣਗੇ। ਉਹ ਕਹਿਣਗੇ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਹੋਏ। ਉਹਦੀ ਵਿਚਾਰ ਕਰਦੇ, ਹੁਣ ਭਾਵੇਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਹੋ, ਅਤੇ ਵਿਚਾਰਾਂ ਵਿੱਚ ਤਾਂ ਸੁੱਤੇ ਹੀ ਹੋਏ। ਵਿਚਾਰ ਹੀ ਸੌਣਾ ਹੈ। ਖਿਆਲ ਕਰੋ, ਪਹਿਲਾਂ ਤਾਂ ਆਦਮੀ ਬਾਹਰ ਸੁੱਤਾ ਹੋਇਆ ਹੈ, ਪਦਾਰਥਾਂ ਵੱਲ ਜਾਂ ਵਿਅਕਤੀਆਂ ਵੱਲ। ਜਿੱਥੇ ਜਿੱਥੇ ਜੁੜਿਆ ਹੈ ਉੱਥੇ ਉੱਥੇ ਦੀ ਵਿਚਾਰਧਾਰਾ ਚੱਲ ਰਹੀ ਹੈ। ਕੋਈ ਘਰ ਤੋਂ ਦੂਰ ਹੈ, ਘਰ ਦੀ ਚੱਲਦੀ ਹੈ, ਫਿਰ ਘਰ ਜ਼ਿਆਦਾ ਯਾਦ ਆਉਂਦਾ ਹੈ, ਫਿਰ ਚੰਗਾ ਵੀ ਲੱਗਦਾ ਹੈ,
ਘਰ ਰਹਿੰਦਿਆਂ ਘਰ ਚੰਗਾ ਨਹੀਂ ਲੱਗਦਾ ਹੈ, ਦੂਰ ਜਾ ਕੇ ਫਿਰ ਜ਼ਿਆਦਾ ਯਾਦ ਆਉਂਦੀ ਹੈ। ਪ੍ਰਦੇਸਾਂ 'ਚ ਰਹਿੰਦੇ ਹਨ ਉਹ ਪਿੱਛੇ ਬਹੁਤ ਯਾਦ ਕਰਦੇ, ਵਿਚਾਰਧਾਰਾ ਜੁੜੀ, ਖਿਆਲ ਜੁੜਿਆ ਹੋਇਆ, ਬਾਹਰ ਸੁੱਤਾ ਹੋਇਆ। ਫਿਰ ਅਗਰ ਕੋਈ ਬਾਹਰੋਂ ਖਿਆਲ ਹਟਾਉਂਦਾ ਹੈ ਅਤੇ ਥੋੜ੍ਹਾ ਜਿਹਾ ਆਪਣੇ ਕੋਲ ਆਉਂਦਾ ਹੈ। ਫਿਰ ਕਈ ਸਰੀਰ ਦੀ ਵਿਚਾਰ ਕਰਦੇ ਰਹਿੰਦੇ ਹਨ, ਜ਼ਿਆਦਾਤਰ ਬਜ਼ੁਰਗ, ਕੀ ਖਾਣਾ ਹੈ, ਕੀ ਪੀਣਾ ਹੈ, ਕਿਉਂਕਿ ਸਰੀਰ ਜ਼ਿਆਦਾ ਬਿਮਾਰ ਰਹਿੰਦਾ ਹੈ, ਢਿੱਲਾ ਰਹਿੰਦਾ, ਪਚਦਾ ਵੀ ਘੱਟ ਹੈ ਕੁਛ, ਅਤੇ ਜ਼ਿਆਦਾ ਵਿਚਾਰਧਾਰਾ ਸਰੀਰ ਦੀ ਚੱਲਣੀ ਸ਼ੁਰੂ ਹੋ ਜਾਂਦੀ। ਅਤੇ ਸਰੀਰ ਦੀ ਵਿਚਾਰਧਾਰਾ 'ਚ ਆਦਮੀ ਸੁੱਤਾ ਰਹਿੰਦਾ। ਜਾਂ ਕਈ ਫਿਰ ਧਾਰਮਿਕ ਹੋ ਜਾਂਦੇ ਹਨ, ਉਹ ਧਾਰਮਿਕ ਵਿਚਾਰਧਾਰਾ 'ਚ ਸੁੱਤੇ ਰਹਿੰਦੇ ਆ, ਉਹਦੇ ਵਿਚਾਰ ਹੀ ਕਰੀ ਜਾਂਦੇ, ਧਰਮ ਬਾਰੇ ਸੋਚੀ ਜਾਂਦੇ, ਉਪਦੇਸ਼ ਬਾਰੇ ਹੀ ਸੋਚੀ ਜਾਂਦੇ, ਵਿਚਾਰੀ ਜਾਂਦੇ, ਅਤੇ ਉਹਦੇ ਵਿੱਚ ਸੁੱਤੇ ਹੋਏ। ਲਾਗੇ ਤੇ ਆ ਗਏ, ਕਾਫੀ ਕੋਲੇ ਆ ਗਏ, ਪਰ ਵਿਚਾਰਧਾਰਾ 'ਚ ਸੁੱਤੇ ਹੋਏ। ਭਾਵ ਇਹ ਹੈ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਕਹਿੰਦੇ ਆ ਜਿਹੜਾ ਤਨ ਹੈ ਨਾ, ਇਹ ਸੰਗ ਨਹੀਂ ਹੈ, ਇਹਦੇ ਤੋਂ ਤੁਸੀਂ ਅਸੰਗ ਹੋ। ਇਹਦੀ ਵਿਚਾਰਧਾਰਾ 'ਚ ਤੁਸੀਂ ਅਗਰ ਪਏ ਹੋਏ ਹੋ ਸਰੀਰ ਦੀ, ਅਤੇ ਤੁਸੀਂ ਸੁੱਤੇ ਹੋਏ ਹੋ। ਫਿਰ ਅਗਰ ਤੁਸੀਂ ਕਿਸੇ ਸ਼ਬਦ ਦੀ ਵੀ ਵਿਚਾਰ ਕਰਦੇ ਹੋ, ਉਪਦੇਸ਼ ਦੀ ਵਿਚਾਰ ਕਰਦੇ ਹੋ, ਕਈ ਕਰਦੇ ਰਹਿੰਦੇ ਆ, ਉਹ ਵੀ ਸਰੀਰਿਕ ਤਲ 'ਤੇ ਹੀ ਹੋ ਰਹੀ ਹੈ, ਸਰੀਰ ਦੁਆਰਾ ਹੀ ਹੋ ਰਹੀ ਹੈ। ਹੁਣ ਸੁੱਤਿਆ ਪਿਆ ਵਿਚਾਰ ਤਾਂ ਨਹੀਂ ਕਰਦੇ ਹੋ ਤੁਸੀਂ, ਕਿਉਂਕਿ ਦਿਮਾਗ ਨਹੀਂ ਚੱਲਦਾ, ਜਾਗਦੇ ਹੀ ਕਰੋਗੇ ਨਾ ਦਿਨ। ਤੋ ਜਿਹੜੀ ਵਿਚਾਰਧਾਰਾ ਚੱਲਦੀ, ਉਹ ਸਰੀਰ ਦੁਆਰਾ ਹੀ ਹੋ ਰਹੀ, ਅਤੇ ਸਰੀਰ ਦੇ ਤਲ 'ਤੇ ਹੀ ਤੁਸੀਂ ਜਾਗ ਰਹੇ ਹੋ, ਸੋਚ ਰਹੇ ਹੋ। ਭਾਵੇਂ ਪਰਮਾਤਮਾ ਬਾਰੇ ਵੀ ਕੋਈ ਸੋਚਣਾ ਸ਼ੁਰੂ ਕਰ ਦੇ, ਉਹ ਵੀ ਸਰੀਰ ਦੇ ਤਲ 'ਤੇ ਹੀ ਰਹੇਗਾ। ਅਤੇ ਸਰੀਰ ਦੇ ਤਲ 'ਤੇ ਆ ਤਾਂ ਗਿਆ ਬਹੁਤ ਕੋਲ ਬੰਦਾ, ਫਿਰ ਵੀ ਕਈ ਇੱਥੇ ਹੀ ਅਟਕੇ ਰਹਿ ਜਾਂਦੇ। ਵੱਡੇ ਵੱਡੇ ਵਿਦਵਾਨ, ਪੰਡਤ, ਇਹ ਰਿਸ਼ੀ ਮੁਨੀ ਕਹਿ ਲਓ, ਬਹੁਤ ਇਸ ਗਿਆਨ ਦੇ ਮਾਰਗ 'ਤੇ, ਇਹਨੂੰ ਗਿਆਨ ਕਿਹਾ ਹੈ। ਆਪ ਡੁੱਬੇ ਚਹੁੰ ਵੇਦ ਮੇ, ਚੇਲੇ ਦੀਏ ਬਹਾਏ। ਕਹਿੰਦੇ ਹਨ ਵੇਦ ਗਿਆਨ ਦੇ ਵਿੱਚ ਡੁੱਬ ਗਏ, ਆ ਤਾਂ ਗਏ ਬਹੁਤ ਕੋਲ, ਪਰ ਗਿਆਨ ਹੋ ਗਿਆ, ਅਤੇ ਉਹ ਗਿਆਨ ਦੀ ਵਿਚਾਰਧਾਰਾ ਦੇ ਵਿੱਚ ਡੁੱਬ ਗਏ, ਸੁੱਤੇ ਰਹਿ ਗਏ। ਅਤੇ ਵਿਚਾਰਧਾਰਾ ਤੋਂ ਮੁਕਤ ਹੋਣਾ ਹੈ, ਭਾਵ ਕਿ ਉੱਥੇ ਜਾਗਣਾ ਹੈ ਜਿੱਥੇ ਪਰਮਾਤਮਾ ਜਾਗ ਰਿਹਾ ਹੈ, ਜਾਂ ਕਹਿ ਲਓ ਗੁਰੂ ਜਾਗਦਾ ਹੈ। ਅਤੇ ਉਹ ਜਾਗਦਾ ਹੈ ਸੱਤ ਦੇ ਵਿੱਚ। ਅਤੇ ਜਿਹੜਾ ਸੱਤ ਦੇ ਵਿੱਚ ਜਾਗਦਾ ਹੈ ਨਾ, ਉਹਨੂੰ ਪਤਾ ਲੱਗਦਾ ਹੈ ਵੀ ਹੋਰ ਜਗ ਸੁੱਤਾ ਮੋਹ ਪਿਆਰ। ਸਿਰਫ ਪੰਗਤੀਆਂ ਪੜ੍ਹ ਕੇ ਥੋੜ੍ਹੀ ਪਤਾ ਲੱਗ ਜਾਂਦਾ ਵੀ ਸਾਰੇ ਹੀ ਮੋਹ ਪਿਆਰ ਕਰਕੇ, ਕਿਸੇ ਨੂੰ ਕਿਸੇ ਨਾਲ ਮੋਹ ਹੈ, ਕਿਸੇ ਨੂੰ ਕਿਸੇ ਨਾਲ ਪਿਆਰ ਹੈ, ਧਰਮ ਨਾਲ ਪਿਆਰ ਹੈ, ਮਜ਼ਹਬ ਨਾਲ ਪਿਆਰ ਹੈ, ਕਿਤੇ ਨਾ ਕਿਤੇ ਲਗਾਵ ਹੈ, ਬੁੱਧੀ ਨਾਲ ਹੀ ਹੈ, ਕਈਆਂ ਨੂੰ ਸਮਝ ਨਾਲ ਹੈ, ਗਿਆਨ ਨਾਲ ਹੈ। ਤੋ ਜਿੱਥੇ ਵੀ ਲਗਾਅ ਹੈ, ਉਹਦੀ ਵਿਚਾਰਧਾਰਾ ਚੱਲ ਰਹੀ ਹੈ, ਉਸ ਵਿਚਾਰਧਾਰਾ 'ਚ ਸੁੱਤਾ ਹੋਇਆ ਹੈ। ਤੋ ਉਹ ਜਾਣਦਾ ਹੈ, ਇਸ ਕਰਕੇ ਉਹ ਜਗਾਉਂਦਾ ਹੈ। ਪਰ ਜਾਗ ਉਹ ਹੀ ਸਕਦਾ ਹੈ ਜਿਹੜਾ ਇਹ ਸਮਝੇ ਵੀ ਮੈਂ ਸੁੱਤਾ ਹੋਇਆ, ਇਹ ਮੰਨੇ। ਤਦੇ ਕਿਹਾ ਹੈ ਨਾ ਝੁਕਣ ਵਾਸਤੇ। ਝੁਕਣ ਦਾ ਭਾਵ ਹੁੰਦਾ ਵੀ ਮੈਂ ਕੁਛ ਨਹੀਂ ਜਾਣਦਾ, ਅਗਿਆਨੀ। ਜਿਹੜਾ ਹਾਰ ਗਿਆ ਸਮਝ ਸਮਝ ਕੇ, ਵਿਚਾਰ ਵਿਚਾਰ ਕੇ, ਧਿਆਨ ਕਰ ਕਰਕੇ, ਤੋ ਫਿਰ ਆਣ ਕੇ ਝੁਕ ਗਿਆ। ਹਾਰ ਭਰਿਓ ਸੁਆਮੀ ਕੇ ਦੁਆਰ, ਦੀਜੇ ਬੁੱਧ ਵਿਵੇਕ। ਉਹਨੂੰ ਵਿਵੇਕ ਬੁੱਧੀ ਮਿਲੇਗੀ ਨਾ ਜਿਹੜਾ ਹਾਰ ਕੇ ਡਿੱਗ ਪਿਆ ਵੀ ਮੈਂ ਆਪਣੇ ਆਪ ਨਹੀਂ,
ਸਮਝ ਸਕਦਾ, ਜਾਣ ਸਕਦਾ। ਹੁਣ ਜਿਹੜਾ ਸਾਹਮਣੇ ਖੜਾ ਹੀ ਹੈ ਜਾਣਕਾਰ ਬਣਿਆ, ਉਹਨੂੰ ਥੋੜ੍ਹੀ, ਜਿਵੇਂ ਬੱਚਾ ਛੋਟਾ ਜਾਣਦਾ ਹੈ ਮੈਂ ਕੁਛ ਨਹੀਂ ਜਾਣਦਾ ਤਾਂ ਹੀ ਪੜ੍ਹਦਾ ਹੈ ਨਾ। ਇਸ ਕਾਰਨ ਬੁੱਢੇ ਨੂੰ ਥੋੜ੍ਹੀ ਪੜ੍ਹਾਇਆ ਜਾ ਸਕਦਾ, ਉਹ ਤਾਂ ਕਹਿੰਦਾ ਮੈਂ ਜਾਣਦਾ ਹੀ ਹਾਂ ਸਭ ਕੁਝ। ਇਵੇਂ ਹੀ ਹੈ, ਜਿਹੜਾ ਛੋਟਾ ਬੱਚੇ ਦੀ ਤਰ੍ਹਾਂ ਹੋ ਗਿਆ ਅਣਜਾਣ, ਉਹੋ ਹੀ ਗੁਰਮੁਖ ਹੋ ਗਏ। ਅਤੇ ਗੁਰਮੁਖਾਂ ਨੂੰ ਸੋਝੀ ਆਉਣ ਲੱਗ ਜਾਂਦੀ ਹੈ, ਅਤੇ ਗੁਰਮੁਖਾਂ ਨੂੰ ਹੀ ਪਤਾ ਲੱਗਦਾ ਹੈ ਅਸੀਂ ਸੁੱਤੇ ਹੋਏ। ਅਤੇ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਅਸੀਂ ਸੁੱਤੇ ਹੋਏ ਹਾਂ, ਅਸੀਂ ਬੇਹੋਸ਼ ਹਾਂ, ਅਸੀਂ ਅਗਿਆਨੀ ਹਾਂ, ਅਤੇ ਉਹ ਮਿਟਣ ਲੱਗ ਪਏ। ਅਤੇ ਜਿਹੜਾ ਮਿਟਣ ਲੱਗ ਪਿਆ ਸਮਝ ਲੈਣਾ ਚਾਹੀਦਾ ਉਹ ਸੱਤ ਵੱਲ ਨੂੰ ਚੱਲ ਪਿਆ। ਆਪ ਗਵਾਈਏ ਤਾਂ ਸੋ ਪਾਈ, ਅਵਰ ਕੈਸੀ ਚਤੁਰਾਈ। ਚਤੁਰਾਈ ਕਹਿੰਦੇ ਸਮਝ ਗਿਆਨ, ਉਹ ਕੰਮ ਨਹੀਂ ਆਉਂਦਾ। ਜਿਹੜਾ ਬਿਲਕੁਲ ਅਗਿਆਨੀ ਹੋਣ ਨੂੰ ਤਿਆਰ ਹੋ ਗਿਆ ਉਹੋ ਹੀ ਹੋਵੇਗਾ ਨਾ ਵਿਨਮਰ। ਅਤੇ ਵਿਨਮਰ ਹੋ ਕੇ ਹੀ ਪਤਾ ਲੱਗਦਾ ਹੈ, ਅਤੇ ਇਹ ਤਾਂ ਜਾਣਕਾਰੀ ਸਭ ਝੂਠ ਹੈ। ਮਿਟ ਕੇ ਹੀ ਪਤਾ ਲੱਗਦਾ ਹੈ ਹੋਣਾ ਤਾਂ ਝੂਠ ਸੀ ਸੰਸਾਰ ਦੇ ਵਿੱਚ, ਜਾਣਨਾ ਵੀ ਝੂਠ ਸੀ। ਕਹੇ ਮੈਂ ਜਾਣਾ ਜਾਣਨ ਹਾਰ ਨਾ ਸ਼ਾਨਾ, ਕਹਿੰਦਾ ਹੈ ਮੈਂ ਜਾਣਦਾ, ਉਹ ਸਮਝ ਲੈਣਾ ਝੂਠ ਹੈ। ਉਹਦੇ ਵਿੱਚ ਜਾਣਕਾਰੀ ਮਿਟ ਜਾਂਦੀ ਹੈ, ਜਾਣਕਾਰ ਹੀ ਮਿਟ ਜਾਂਦਾ ਹੈ ਕਿ